ਹੈਲੋ ਸਟੂਡੈਂਟਸ, ਅੱਜ ਆਪਾਂ 6th ਕਲਾਸ ਦੀ ਸਾਇੰਸ ਬੁੱਕ ਦੇ ਵਿੱਚੋਂ ਚੈਪਟਰ ਨੰਬਰ 7 ਗੈਟਿੰਗ ਟੂ ਨੋ ਪਲਾਂਟਸ ਦੇ ਬਾਰੇ ਡਿਸਕਸ ਕਰਾਂਗੇ। ਪੌਦਿਆਂ ਨੂੰ ਜਾਣੋ। ਗੈਟਿੰਗ ਟੂ ਨੋ ਦਾ ਅਰਥ ਹੈ ਪੌਦਿਆਂ ਨੂੰ ਜਾਣੋ। ਸਟੂਡੈਂਟਸ, ਤੁਸੀਂ ਪੌਦੇ ਤਾਂ ਵੇਖੇ ਹੋਣਗੇ, ਠੀਕ ਹੈ। ਕਿੰਨੇ ਤਰ੍ਹਾਂ ਦੇ ਪੌਦੇ ਆਪਣੇ ਵਾਤਾਵਰਨ ਦੇ ਵਿੱਚ ਪਾਏ ਜਾਂਦੇ ਨੇ। ਕਈ ਬੱਚਿਆਂ ਨੇ ਤਾਂ ਆਪਣੇ ਹੱਥਾਂ ਨਾਲ ਪੌਦੇ ਲਾਏ ਹੋਣਗੇ। ਤਾਂ ਬੱਚੋ, ਆਪਾਂ ਨੂੰ ਪਲਾਂਟਸ ਦੀ ਸਟੱਡੀ ਕਿਉਂ ਕਰਨੀ ਚਾਹੀਦੀ ਹੈ? ਆਪਣੇ ਲਈ ਪਲਾਂਟਸ ਕਿਸ ਤਰ੍ਹਾਂ ਹੈਲਪਫੁਲ ਨੇ? ਆਪਾਂ ਨੂੰ ਪਲਾਂਟਸ ਤੋਂ ਕੀ ਬੈਨੀਫਿਟ ਨੇ, ਕੀ ਲਾਭ ਨੇ? ਵਾਈ ਸਟੱਡੀ ਪਲਾਂਟਸ? ਇੱਕ ਇੱਕ ਕਰਕੇ ਦੇਖਦੇ ਹਾਂ ਵੀ ਪਲਾਂਟਸ ਨੂੰ ਆਪਾਂ ਨੂੰ ਕਿਉਂ ਸਟੱਡੀ ਕਰਨਾ ਚਾਹੀਦਾ ਹੈ। ਪਹਿਲਾ ਪੁਆਇੰਟ ਹੈ, ਪਲਾਂਟਸ ਆਰ ਓਨਲੀ ਸੋਰਸ ਆਫ ਆਕਸੀਜਨ ਔਨ ਦੀ ਅਰਥ। ਇੱਥੇ ਅਰਥ ਦੀ ਸਪੈਲਿੰਗ ਮਿਸ ਹੈ ਥੋੜ੍ਹੀ ਜਿਹੀ, EARTH। ਤਾਂ ਜੋ ਪਲਾਂਟਸ ਨੇ ਸਿਰਫ ਇਹੀ ਨੇ ਜੋ ਧਰਤੀ ਦੇ ਉੱਤੇ ਆਕਸੀਜਨ ਪ੍ਰੋਵਾਈਡ ਕਰਦੇ ਨੇ। ਜਿੰਨੇ ਵੀ ਜੰਤੂ ਹੈ ਜੋ ਰੈਸਪਾਇਰ ਕਰਦੇ ਨੇ, ਸਾਹ ਲੈਂਦੇ ਨੇ, ਉਹਨਾਂ ਨੂੰ ਸਾਹ ਲੈਣ ਖਾਤਰ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ। ਤਾਂ ਉਹ ਆਕਸੀਜਨ ਮਿਲਦੀ ਕਿੱਥੋਂ ਹੈ? ਪਲਾਂਟਸ ਤੋਂ। ਹੋਰ ਕੋਈ ਵੀ ਸੋਰਸ ਨਹੀਂ, ਕੋਈ ਵੀ ਸਾਧਨ ਨਹੀਂ ਜਿਸ ਤੋਂ ਆਪਾਂ ਆਕਸੀਜਨ ਲੈ ਸਕੀਏ। ਤਾਂ ਸਟੂਡੈਂਟਸ, ਇਹ ਜੋ ਵੀ ਆਰਗੈਨਿਜ਼ਮ ਨੇ ਉਹਨਾਂ ਦੇ ਜੀਵਿਤ ਰਹਿਣ ਲਈ ਜ਼ਰੂਰੀ ਹੈ। ਆਕਸੀਜਨ ਜੰਤੂਆਂ ਦੇ, ਜੀਵਾਂ ਦੇ ਜੀਵਿਤ ਰਹਿਣ ਲਈ ਜ਼ਰੂਰੀ ਹੈ। ਅਤੇ ਮਿਲਦੀ ਕਿੱਥੋਂ ਹੈ? ਇਹ ਪਲਾਂਟਸ ਤੋਂ। ਫਿਰ ਹੈ ਸੈਕਿੰਡ ਪੁਆਇੰਟ, ਦੇ ਆਰ ਮੇਜਰ ਸੋਰਸ ਆਫ ਫੂਡ ਵਿਚ ਵੀ ਈਟ ਦੀ ਸਪੈਲਿੰਗ ਮਿਸ ਹੈ। ਜਿੰਨਾ ਜੋ ਵੀ ਭੋਜਨ ਹੈ ਉਹ ਆਪਾਂ ਨੂੰ ਕਿੱਥੋਂ ਮਿਲਦਾ ਹੈਗਾ? ਪਲਾਂਟਸ ਤੋਂ ਮਿਲਦਾ ਹੈਗਾ। ਮੇਨਲੀ ਜੋ ਭੋਜਨ ਹੈ ਉਹਦਾ ਸੋਰਸ ਕੌਣ ਨੇ? ਪਲਾਂਟਸ ਨੇ। ਜਿਵੇਂ ਆਪਾਂ ਨੂੰ ਕਣਕ ਹੈ ਉਹ ਵੀ ਪੌਦਿਆਂ ਤੋਂ ਮਿਲਦੀ ਹੈ, ਚਾਵਲ ਹੈ ਉਹ ਵੀ ਪੌਦਿਆਂ ਤੋਂ ਮਿਲਦੇ ਨੇ, ਫਰੂਟਸ, ਵੈਜੀਟੇਬਲ ਉਹ ਸਾਰੇ ਕਿੱਥੋਂ ਮਿਲਦੇ ਨੇ? ਪੌਦਿਆਂ ਤੋਂ। ਫਿਰ ਹੈ ਦੇ ਮੇਨਟੇਨ ਸੋਇਲ ਫਰਟੀਲਿਟੀ। ਜੋ ਵੀ ਉਪਜਾਊ ਸ਼ਕਤੀ ਹੈ ਧਰਤੀ ਦੀ, ਉਹ ਕੌਣ ਮੇਨਟੇਨ ਕਰਦਾ ਹੈ? ਕਿਸ ਦੇ ਕਾਰਨ ਬਣੀ ਰਹਿੰਦੀ ਹੈ? ਪੌਦਿਆਂ ਦੇ ਕਾਰਨ ਹੀ ਬਣੀ ਰਹਿੰਦੀ ਹੈ। ਫਿਰ ਹੈ ਦੇ ਪ੍ਰੀਵੈਂਟ ਸੋਇਲ ਇਰੋਜ਼ਨ। ਸੋਇਲ ਇਰੋਜ਼ਨ ਕੀ ਹੈ? ਮਿੱਟੀ ਦੀ ਜੋ ਧਰਤੀ ਦੇ ਉੱਤੇ ਮਿੱਟੀ ਦੀ ਜੋ ਪਹਿਲੀ ਪਰਤ ਹੈ ਕੁਝ ਕੁ ਸੈਂਟੀਮੀਟਰ ਦੀ, ਉਹ ਉਪਜਾਊ ਪਰਤ ਹੈ, ਪਰ ਪਾਣੀ ਜਾਂ ਹਵਾ ਦੇ ਕਾਰਨ ਉਹ ਬਹਿ ਜਾਂਦੀ ਹੈ, ਜਿਹਨੂੰ ਕੀ ਕਹਿੰਦੇ ਆ? ਸੋਇਲ ਇਰੋਜ਼ਨ। ਪਰ ਜੋ ਪੌਦੇ ਆ ਉਹਨਾਂ ਦੀਆਂ ਜੜ੍ਹਾਂ ਉਸ ਪਰਤ ਨੂੰ, ਉਪਜਾਊ ਪਰਤ ਨੂੰ ਪਕੜ ਕੇ ਰੱਖਦੀਆਂ ਹੈਗੀਆਂ, ਸੋਇਲ ਇਰੋਜ਼ਨ ਨਹੀਂ ਹੋਣ ਦਿੰਦੀਆਂ। ਤਾਂ ਪੌਦੇ ਕੀ ਕਰਦੇ ਨੇ? ਸੋਇਲ ਇਰੋਜ਼ਨ ਨੂੰ ਵੀ ਰੋਕਦੇ ਨੇ। ਦੇ ਕਾਜ਼ ਰੇਨ। ਜੋ ਬਾਰਿਸ਼ ਹੈ ਉਹ ਵੀ ਪੇੜ ਪੌਦਿਆਂ ਦਾ ਕਰਕੇ ਹੀ ਆਉਂਦੀ ਹੈ। ਦੇ ਰੈਗੂਲੇਟ ਟੈਂਪਰੇਚਰ ਔਨ ਦੀ ਅਰਥ। ਧਰਤੀ ਦਾ ਤਾਪਮਾਨ ਹੈ ਉਹ ਪੌਦਿਆਂ ਦੇ ਕਾਰਨ ਹੀ ਇੱਕ ਰੇਂਜ ਦੇ ਵਿੱਚ ਰਹਿੰਦਾ ਹੈ, ਨਾ ਜ਼ਿਆਦਾ ਵੱਧਦਾ ਹੈ ਅਤੇ ਨਾ ਜ਼ਿਆਦਾ ਘੱਟਦਾ ਹੈ। ਗਿਵ ਸ਼ੈਲਟਰ ਟੂ ਮੈਨੀ ਐਨੀਮਲਸ, ਇਨਸੈਕਟਸ ਐਂਡ ਬਰਡਸ। ਬਹੁਤ ਸਾਰੇ ਜੀਵ ਜੰਤੂਆਂ ਨੂੰ ਸ਼ੈਲਟਰ ਦਿੰਦੇ ਨੇ, ਰਹਿਣ ਲਈ ਜਗ੍ਹਾ ਦਿੰਦੇ ਨੇ। ਦੀ ਲਿਸਟ ਗੋਜ਼ ਔਨ। ਵੀ ਇਹ ਲਿਸਟ ਬਹੁਤ ਵੱਡੀ ਹੈ। ਪੌਦਿਆਂ ਤੋਂ ਆਪਾਂ ਨੂੰ ਹੋਰ ਵੀ ਬਹੁਤ ਸਾਰੇ ਬੈਨੀਫਿਟ ਮਿਲਦੇ ਨੇ, ਜਿਵੇਂ ਦਵਾਈਆਂ ਹੋ ਗਈਆਂ, ਠੀਕ ਹੈ। ਬਹੁਤ ਸਾਰੇ ਪੌਦੇ ਆ ਉਹ ਮੈਡੀਸਿਨ ਦੇ ਰੂਪ ਵਿੱਚ ਵੀ ਯੂਜ਼ ਹੁੰਦੇ ਨੇ, ਉਹਨਾਂ ਤੋਂ ਦਵਾਈਆਂ ਵੀ ਮਿਲਦੀਆਂ ਨੇ। ਇਸ ਤਰ੍ਹਾਂ ਬਹੁਤ ਹੋਰ ਵੀ ਬੈਨੀਫਿਟਸ ਨੇ ਜੋ ਪੌਦਿਆਂ ਤੋਂ ਆਪਾਂ ਨੂੰ ਮਿਲਦੇ। ਸਭ ਤੋਂ ਪਹਿਲਾਂ ਤਾਂ ਇੱਕ ਆ ਫੋਟੋ ਦਿਖਾਈ ਗਈ ਹੈ ਸੋਇਲ ਇਰੋਜ਼ਨ ਦੀ। ਕਿਸ ਤਰ੍ਹਾਂ ਜੋ ਧਰਤੀ ਦੀ ਉਪਜਾਊ ਪਰਤ ਹੈ ਉਹ ਪਾਣੀ ਨਾਲ ਬਹਿ ਕੇ ਜਾ ਰਹੀ ਹੈ। ਇਸ ਪ੍ਰੋਸੈਸ ਨੂੰ ਕੀ ਕਹਿ ਦਿੱਤਾ ਜਾਂਦਾ ਹੈ? ਸੋਇਲ ਇਰੋਜ਼ਨ। ਪੌਦੇ ਸੋਇਲ ਇਰੋਜ਼ਨ ਨੂੰ ਰੋਕਦੇ ਨੇ। ਫਿਰ ਆਪਾਂ ਨੇ ਪੜ੍ਹਨਾ ਪਾਰਟਸ ਆਫ ਏ ਪਲਾਂਟ। ਪਲਾਂਟ ਦੇ ਕਿਹੜੇ ਕਿਹੜੇ ਪਾਰਟਸ ਹੁੰਦੇ ਨੇ? ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਨੀਚੇ, ਗਰਾਊਂਡ ਦੇ ਨੀਚੇ ਜੋ ਪਾਰਟ ਹੈ ਉਹ ਹੈ ਰੂਟ, ਜੜ, ਜੋ ਪੂਰੇ ਪੌਦੇ ਨੂੰ ਧਰਤੀ ਦੇ ਕੋਲੋਂ ਪਾਣੀ ਅਤੇ ਨਿਊਟ੍ਰੀਐਂਟਸ
लैके पूरे पौधे नूं दिंदी है। ग्राउंड तो उपर जो पोर्शन है वो है स्टैम। ठीक है, स्टैम दे उत्ते लगदे ने फ्रूट्स, फ्लावर, लीफ ते ब्रांच। ठीक है, ये मेन पार्ट्स ने फ्लावर दे। एक ग्राउंड के नीचे रूट ते ग्राउंड के उपर स्टैम। ठीक है, फिर पौधों नूं क्लासीफाई किया होया हैगा अलग अलग भागां दे विच वंडिया होया। जो पहली क्लासीफिकेशन है वो किहदे बेस ते कीती है? क्लासीफिकेशन ऑफ दी प्लांट्स ऑन द बेसिस ऑफ दी, पहला जो पॉइंट है थिकनेस ऑफ द स्टेम एंड प्लेस ऑफ द ओरिजिन ऑफ देयर ब्रांच। स्टेम टहनी कह देंगे जिन्हों, वो किन्नी उहदी थिकनेस है, किन्नी मोटाई है। कई पौधे वेखे होणगे बिल्कुल उन्हां दी स्टेम आ वो बिल्कुल पतली जी हुंदी है, जिवें पुदीना हो गया, धनिया हो गया। ठीक है, कई पौधे जिन्हां दी स्टेम थोड़ी होर मोटी हुंदी है, जिवें गुलाब का पौधा हो गया। कईयां दी बहुत ही ज़्यादा मोटी हुंदी है, जिवें किक्कर, निम। इन्हां दी ब्रांच है जिहड़ी वो बहुत ज़्यादा मोटी हुंदी है। एंड प्लेस ऑफ ओरिजिन ऑफ देयर ब्रांच, हम देखिया सी जो ग्राउंड का उपर वाला पोर्शन है स्टैम, स्टैम के उत्ते ब्रांच निकलदियां ने, टहनियां निकलदियां ने। वो टहनियां निकलदियां कित्थों ने? बिल्कुल नीचे जड़ चों निकलदियां ने, या थोड़ा उपर तो, या बिल्कुल सिरे ते जाके निकलदियां ने पेड़ दे। तां उहदे बेस ते जिहड़े प्लांट्स ने उन्हां नूं 3 पार्ट्स दे विच क्लासीफाई कीता है। एक है हर्ब, एक है शर्ब, एक है ट्री। हर्ब्स की होंदे ने? दीज आर दी प्लांट्स दैट हैव ग्रीन एंड फ्रिल स्टैम, भी जिन्हां कोले हरी ते बिल्कुल नाजुक जी मुलायम जी स्टैम होंदी है, फ्रिल स्टैम होंदी है। यूजली दीज आर स्मॉल प्लांट्स विथ फ्यूअर ब्रांच, भी ये छोटे छोटे पौधे होंदे ने ते इन्हां दी ब्रांच भी, इन्हां दे ब्रांच भी घट ही होंदियां ने। किहड़े किहड़े पौधे ने? जिवें आ मेथी दिती हुई है, पुदीना दिता होया है, धनिया दिता होया है। ठीक है, धनिया नूं कोरिएंडर कह दिंदे ने, पुदीने नूं मिंट, मेथी नूं फेनोग्रीन कह दिंदे ने। ठीक है, फिर है कुछ हर्ब्स होर भी नीचे फोटोआं दे विच दिखाए गए ने, बट आपां नूं बस 1-2 ही याद रख लेनी है, जिवें धनिया, पुदीना, मेथी। ठीक है, फिर है शरब। शरब जो ने, दीज आर दी प्लांट विद हार्ड बट नॉट एग्जैक्टली थिक स्टैम, भी वो प्लांट्स की जो स्टैम है वो हार्ड तो होंदी है बट ज़्यादा थिक नहीं होंदी, ज़्यादा मोटी नहीं होंदी। देयर ब्रांच जनरली ओरिजिनेट फ्रॉम बेस ऑफ दी स्टैम, इन्हां दियां जो ब्रांच ने वो भी नीचे जो स्टैम है वो बेस तो नीचों निकलदियां ने। दीज आर मच टालर दैन हर्ब बट यूजली शॉर्टर दैन ट्री। यह जो हर्ब अपने पिछले देखे मिंट वगैरह, धनिया, पुदीना वगैरह, उन्हां नालों उन्हां दी ये थोड़े वड्डे हुंदे ने, बट जो पेड़ ने वड्डे निम वगैरह उन्हां नालों छोटे हुंदे ने। इहदा एग्जाम्पल देते हैं जैसमीन, रोज़, तुलसी ते हिबिस्कस, चाइना रोज़। नेक्स्ट है ट्री। These are the plants which are very tall and have a thick and hard stem. ट्री है वो बहुत ज़्यादा वड्डे वड्डे होंदे ने ते इन्हां दी जिहड़ी स्टैम है वो बहुत ज़्यादा मोटी ते हार्ड होंदी है, बहुत ज़्यादा सख्त होंदी है। द ब्रांच ओरिजिनेट फ्रॉम द अपर पार्ट ऑफ ट्री, जिहड़ियां दियां ब्रांच ने वो जड़ कोलों नहीं निकलदियां, बेस तो नहीं निकलदियां, थोड़ा ऊपर जाके अपर पार्ट चों ब्रांच निकलदियां ने। जिवें नीचे आ दिखाए हुए ने कोकोनट ट्री, पैनियन, बरगद का पेड़ ते मैंगो ट्री। ठीक है, फिर है होर भी क्लासीफाई किया गया प्लांट्स नूं। देयर आर 2 काइंड ऑफ प्लांट्स, दे आर क्रीपर्स एंड क्लाइंबर्स। जो प्लांट एक प्लांट्स है उन्होंने एक बार होर क्लासीफाई किया गया अलग तरीके नाल। एक है क्रीपर्स, एक है क्लाइंबर्स। क्रीपर्स किहड़े ने? These are the plant which have soft beak
and green stem. Hence, they cannot stand straight and instead spread themselves on the ground. जो क्रीपर्स ने ਉਹ ਤੁਸੀਂ ਵੇਖਿਆ ਹੋਏਗਾ ਜੋ ਕਈ ਵੇਲਾਂ ਨੀਚੇ ਫੈਲੀਆਂ ਹੋਈਆਂ ਹੁੰਦੀਆਂ ਨੇ ਧਰਤੀ ਦੇ ਉੱਤੇ, ਜਿਵੇਂ ਕੱਦੂ ਹੋ ਗਿਆ, ਪੇਠਾ ਹੋ ਗਿਆ, ਠੀਕ ਹੈ। ਤਾਂ ਇਹਨਾਂ ਦੀ ਜਿਹੜੀ ਸਟੈਮ ਹੈ ਉਹ ਬਹੁਤ ਜ਼ਿਆਦਾ ਸੌਫਟ ਹੁੰਦੀ ਹੈ, ਵੀਕ ਹੁੰਦੀ ਹੈ, ਕਮਜ਼ੋਰ ਹੁੰਦੀ ਹੈ ਅਤੇ ਹਰੇ ਰੰਗ ਦੀ ਹੁੰਦੀ ਹੈ। ਇਹ ਖੜ੍ਹੇ ਨਹੀਂ ਹੋ ਪਾਉਂਦੇ, ਤਾਂ ਕਰਕੇ ਆਪਣੇ ਆਪ ਨੂੰ ਨੀਚੇ ਹੀ ਵਿਛਾ ਲੈਂਦੇ ਨੇ ਧਰਤੀ ਦੇ ਉੱਤੇ, ਜਿਵੇਂ ਬੋਟਲ ਗਾਰਡ, ਲੌਕੀ ਜਿਹਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਕੱਦੂ, ਅੱਲ ਇਸ ਤਰ੍ਹਾਂ ਕਹਿ ਦਿੰਦੇ ਹਾਂ। ਫਿਰ ਇੱਕ ਪੰਪਕਿਨ ਜਿਹਨੂੰ ਕੱਦੂ ਕਹਿ ਦਿੰਦੇ ਆ, ਕਈ ਜਗ੍ਹਾ 'ਤੇ ਪੇਠਾ ਵੀ ਕਿਹਾ ਜਾਂਦਾ ਇਹਨਾਂ ਨੂੰ। ਫਿਰ ਹੈ ਕਲਾਈਂਬਰ। ਦੀਜ਼ ਆਰ ਆਲਸੋ ਪਲਾਂਟਸ ਵਿਦ ਸੋਫਟ ਐਂਡ ਵੀਕ ਸਟੈਮ। ਇਹ ਵੀ ਕੀ ਹੈ, ਪਲਾਂਟਸ ਨੇ, ਇਹਨਾਂ ਦੀ ਸਟੈਮ ਵੀ ਸੋਫਟ ਅਤੇ ਵੀਕ, ਕਮਜ਼ੋਰ ਜਿਹੀ ਹੁੰਦੀ ਹੈ। ਇੰਸਟੈਂਡ ਆਫ ਸਪਰੈਡਿੰਗ ਦੈਮਸੈਲਫ ਔਨ ਦੀ ਗਰਾਊਂਡ ਦੇ ਟੇਕ ਏ ਸਪੋਰਟ ਆਫ ਨੀਅਰ ਬਾਏ ਆਬਜੈਕਟ ਟੂ ਕਲਾਈਮ। ਹੁਣ ਜਿਹੜੇ ਪੌਦੇ ਹੈ ਇਹ ਨੀਚੇ ਧਰਤੀ 'ਤੇ ਵਿਛਣ ਦੀ ਬਜਾਏ ਜੋ ਵੀ ਇਹਨਾਂ ਦੇ ਨੇੜੇ ਕੋਈ ਸਪੋਰਟ ਹੁੰਦਾ, ਸਹਾਰਾ ਹੁੰਦਾ ਹੈ, ਉਸ ਦੀ ਹੈਲਪ ਨਾਲ ਇਹ ਕਲਾਈਮ ਕਰ ਜਾਂਦੇ ਨੇ ਉੱਪਰ, ਉਸ ਆਬਜੈਕਟ ਦੇ ਉੱਪਰ ਲਿਫਟ ਜਾਂਦੇ ਨੇ, ਠੀਕ ਹੈ। ਜਿਵੇਂ ਬਿਟਰ ਗਾਰਡ, ਕਰੇਲਾ ਹੋ ਗਿਆ, ਕਰੈਪ ਪਾਈਨ, ਅੰਗੂਰਾਂ ਦੀ ਵੇਲ ਹੋ ਗਈ। ਇਹ ਸਾਰੇ ਜੋ ਕਲਾਈਂਬਰ ਨੇ ਇਹਨਾਂ ਦੇ ਕੋਲ ਇਸ ਤਰ੍ਹਾਂ ਦਾ ਸਿਸਟਮ ਹੁੰਦਾ ਵੀ ਉਹ ਉਸ ਦੀ ਮਦਦ ਨਾਲ ਜੋ ਵੀ ਇਹਨਾਂ ਦੇ ਕੋਲ ਸਪੋਰਟ ਹੈ ਉਸ ਦੇ ਉੱਤੇ ਕਲਾਈਮ ਕਰ